ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ। ਤੁਸੀਂ ਹਮੇਸ਼ਾ ਹੀ ਬੜਾ ਸਹਿਯੋਗ ਦਿੰਦੇ ਹੋ ਔਰ ਅੱਜ ਵੀ ਤੁਸੀਂ ਫਿਰ ਸਾਡੇ ਨਿਮਾਣੇ ਜਿਹੇ ਯਤਨ ਨੂੰ ਕਵਰ ਕਰਨ ਦੇ ਵਾਸਤੇ ਇੱਥੇ ਪਹੁੰਚੇ ਹੋ। ਦਿਲ ਦੀਆਂ ਗਹਿਰਾਈਆਂ 'ਚੋਂ ਤੁਹਾਡਾ ਧੰਨਵਾਦ ਹੈ। ਅੱਜ ਦਾ ਇਨੀਸ਼ੀਏਟਿਵ ਜਿਹੜਾ ਹੈ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਅਸੀਂ ਅੱਜ ਇਹ ਸੋਚ ਕੇ ਨਹੀਂ ਆਏ ਕਿ ਪ੍ਰੈਸ ਕਾਨਫਰੰਸ ਕਰਨੀ ਹੈ। ਇਹ ਸੋਚ ਕੇ ਆਏ ਕਿ ਅਸੀਂ ਤੁਹਾਡੇ ਤੋਂ ਸਹਿਯੋਗ ਮੰਗਣਾ ਔਰ ਤੁਹਾਨੂੰ ਬੇਨਤੀ ਕਰਨੀ ਹੈ, ਕਿਉਂਕਿ ਮਸਲਾ ਇਸ ਤਰ੍ਹਾਂ ਦਾ ਹੈ, ਮੁੱਦਾ ਇਹ ਹੈ ਕਿ ਉਹ ਸਾਰਿਆਂ ਵਾਸਤੇ ਹੀ ਸਾਡੇ ਜ਼ਰੂਰੀ ਹੈ ਕਿ ਸਾਰਿਆਂ ਦਾ ਸਹਿਯੋਗ ਹੋਵੇ। ਅੱਜ ਦਾ ਮਕਸਦ ਪ੍ਰੈਸ ਕਾਨਫਰੰਸ ਕਰਨ ਦਾ ਘੱਟ ਤੇ ਸਹਿਯੋਗ ਮੰਗਣ ਦਾ ਜ਼ਿਆਦਾ ਹੈਗਾ। ਮੈਂ ਤੁਹਾਡੇ ਕੋਲੇ ਇੱਕ ਬੇਨਤੀ ਲੈ ਕੇ ਆਇਆ, ਤੁਹਾਡਾ ਸਹਿਯੋਗ ਚਾਹੀਦਾ, ਕਿਉਂਕਿ ਅੱਜ ਦਾ ਮਸਲਾ, ਅੱਜ ਦਾ ਸਰੋਕਾਰ ਹੀ ਐਸਾ ਹੈ ਕਿ ਉਹ ਸਾਡੇ ਸਾਰਿਆਂ ਦੀ ਜ਼ਿੰਦਗੀ ਨਾਲ, ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ। ਸਾਡੀ ਜਿਹੜੀ ਫਾਊਂਡੇਸ਼ਨ ਹੈਗੀ ਆ ਚੰਡੀਗੜ੍ਹ ਵੈਲਫੇਅਰ ਟਰਸਟ, ਨਿਊ ਇੰਡੀਆ ਡਿਵੈਲਪਮੈਂਟ ਫਾਊਂਡੇਸ਼ਨ, ਇਹ ਦੋ ਫਾਊਂਡੇਸ਼ਨ ਨੇ ਸਾਡੀਆਂ ਚੈਰੀਟੇਬਲ ਜਿਹੜਾ ਕੰਮ ਕਰਦੀਆਂ। ਔਰ ਇਹ ਉਪਰਾਲਾ ਜਿਹੜਾ ਸਾਡਾ ਹੈ ਕਿ ਅਸੀਂ ਹਮੇਸ਼ਾ ਚੰਡੀਗੜ੍ਹ ਨੂੰ ਇੱਕ ਰੁਤਬਾ ਦਿਵਾਉਣ ਦੇ ਵਾਸਤੇ, ਚੰਡੀਗੜ੍ਹ ਸਿਟੀ ਬਿਊਟੀਫੁਲ ਦੀ ਸ਼ਾਨ ਨੂੰ ਵਧਾਉਣ ਦੇ ਵਾਸਤੇ ਔਰ ਇੱਥੇ ਦੇ ਲੋਕਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਦੇ ਵਾਸਤੇ ਅਸੀਂ ਨਿਮਾਣੇ ਯਤਨ ਕਰਦੇ ਰਹਿੰਦੇ ਹਾਂ। ਪਿੱਛੇ ਵੀ ਤੁਸੀਂ ਦੇਖਿਆ ਹੋਣਾ ਕਿ ਹਰ ਘਰ ਤਿਰੰਗਾ ਦੇ ਵਿੱਚ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾਉਣਾ ਸੀ, ਅਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਸਾਡੀ ਫਾਊਂਡੇਸ਼ਨ ਨੇ, ਚੰਡੀਗੜ੍ਹ ਯੂਨੀਵਰਸਿਟੀ ਦੇ ਸਹਿਯੋਗ ਦੇ ਨਾਲ ਅਸੀਂ ਵਰਲਡ ਰਿਕਾਰਡ ਬਣਾਉਣ ਦੇ ਵਿੱਚ ਕਾਮਯਾਬ ਹੋਏ। ਦੇਸ਼ ਦੇ ਵਿੱਚ 2 ਹੀ ਵਰਲਡ ਰਿਕਾਰਡ ਬਣੇ ਸੀਗੇ, ਇੱਕ ਚੰਡੀਗੜ੍ਹ ਵਿੱਚ, ਇੱਕ ਕਿਤੇ ਹੋਰ। ਔਰ ਇਸ ਦੀ ਚਰਚਾ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਜੀ ਨੇ ਆਪਣੇ ਮਨ ਕੀ ਬਾਤ ਦੇ ਵਿੱਚ ਵੀ ਉਹਦਾ ਜ਼ਿਕਰ ਕੀਤਾ। ਸਾਡੇ ਵਾਸਤੇ ਸਾਰਿਆਂ ਦੇ ਮਾਣ ਦੀ ਗੱਲ ਹੈ। ਅੱਜ ਦਾ ਜਿਹੜਾ ਮੁੱਦਾ ਹੈ ਉਹ ਹੈ ਪ੍ਰਧਾਨ ਮੰਤਰੀ ਜੀ ਦਾ 72ਵਾਂ ਜਨਮ ਦਿਨ ਜਿਹੜਾ ਉਹ ਆ ਰਿਹਾ ਹੈਗਾ 17 ਸਤੰਬਰ ਨੂੰ। ਸਾਡੀ ਸੰਸਥਾ ਅਤੇ ਖਾਸ ਕਰਕੇ ਅਸੀਂ ਸਮਰਪਿਤ ਹਾਂ ਦੇਸ਼ ਨੂੰ, ਨੇਸ਼ਨ ਬਿਲਡਿੰਗ ਨੂੰ, ਔਰ ਖਾਸ ਕਰਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਵਿਜ਼ਨ ਨੂੰ ਅਸੀਂ ਸਮਝਦੇ ਹਾਂ ਕਿ ਜੋ ਉਹਨਾਂ ਦਾ ਵਿਜ਼ਨ ਹੈ ਦੇਸ਼ ਨੂੰ ਅੰਮ੍ਰਿਤ ਕਾਲ ਦੇ ਵਿੱਚ ਲੈ ਕੇ ਜਾਣ ਦਾ, ਉਸ ਤੋਂ ਬਿਹਤਰ ਕੋਈ ਅਗਵਾਈ ਦੇਸ਼ ਨੂੰ ਮਿਲ ਨਹੀਂ ਸਕਦੀ। ਔਰ ਉਸ ਨੂੰ ਮੱਦੇ 'ਚ ਰੱਖਦੇ ਹੋਏ ਅਸੀਂ ਇੱਕ 15 ਦਿਨ ਦਾ ਪ੍ਰੋਗਰਾਮ, ਜਿਹੜਾ ਕਿ ਇੱਕ ਪਖਵਾੜਾ ਦਾ ਨਾਮ, ਪੰਦਰਵਾੜਾ ਪੰਜਾਬੀ ਵਿੱਚ ਕਹਿ ਲਓ, ਹਿੰਦੀ ਵਿੱਚ ਪਖਵਾੜਾ, ਉਹ ਪ੍ਰੋਗਰਾਮ ਲਿਖਿਆ ਗਿਆ ਹੈਗਾ। ਉਹ ਪ੍ਰੋਗਰਾਮ ਤੋਂ ਲਿਖਿਆ ਗਿਆ ਨੈਸ਼ਨਲ ਪੱਧਰ 'ਤੇ, ਲੇਕਿਨ ਅਸੀਂ ਆਪਣੀ ਸੰਸਥਾ ਵੱਲੋਂ 15 ਦਿਨ ਦਾ ਪ੍ਰੋਗਰਾਮ ਉਹ ਲਿਖਿਆ ਹੈਗਾ ਕਿ ਅਸੀਂ ਉਸ ਦੇ ਵਿੱਚ ਪਾਰਟਿਸਿਪੇਟ ਕਰਾਂਗੇ ਔਰ ਕੁਝ ਯਤਨ ਜਿਹੜੇ ਅਸੀਂ ਕਰਾਂਗੇ ਉਹ ਤੁਹਾਡੇ ਨਾਲ ਸਾਂਝੇ ਕਰਨੇ ਚਾਹਾਂਗੇ। ਚੰਡੀਗੜ੍ਹ ਦੇ ਵਿੱਚ ਪਹਿਲੀ ਵਾਰ ਇੱਕ ਸਭ ਤੋਂ ਵੱਡਾ ਮਲਟੀ ਸਪੈਸ਼ਲਿਟੀ ਮੈਗਾ ਹੈਲਥ ਕੈਂਪ ਜਿਹੜਾ ਅਸੀਂ ਪਲਾਨ ਕਰ ਰਹੇ ਹਾਂ ਪ੍ਰਧਾਨ ਮੰਤਰੀ ਜੀ ਦੇ ਜਨਮ ਦਿਨ ਵਾਲੇ ਦਿਨ 17 ਸਤੰਬਰ ਨੂੰ। ਔਰ ਉਸ ਦੀ ਖਾਸੀਅਤ ਇਹ ਹੈ ਕਿ ਉਸ ਦੇ ਵਿੱਚ ਅਸੀਂ ਕੈਂਸਰ ਜਿਹੜਾ ਹੈਗਾ, ਕਿਉਂਕਿ ਪਿੱਛੇ PGI ਦੀ ਰਿਪੋਰਟ ਆਈ ਸੀ ਜਿਸ ਦੇ ਵਿੱਚ ਦੱਸਿਆ ਗਿਆ ਸੀਗਾ ਕਿ ਚੰਡੀਗੜ੍ਹ ਜਿਹੜਾ ਹੈਗਾ, ਇੱਥੇ ਕੈਂਸਰ ਦੇ ਜਿਹੜੇ ਕੇਸ ਹੈ ਡਾਇਗਨੋਸ ਹੋ ਰਹੇ ਨੇ, ਉਹ ਸ਼ਾਇਦ ਸਾਡੇ ਰੀਜਨ ਦੇ ਵਿੱਚ ਸਭ ਤੋਂ ਵੱਧ ਏਰੀਆ ਹੈਗਾ ਜਿੱਥੇ ਪ੍ਰਭਾਵਿਤ ਹੈਗਾ ਕੈਂਸਰ ਤੋਂ। ਕਈ ਵਾਰੀ ਸਾਨੂੰ ਲੱਗਦਾ ਕਿ ਸਾਡਾ ਸ਼ਹਿਰ ਬਹੁਤ ਤੰਦਰੁਸਤ ਹੈ, ਲੇਕਿਨ ਜਿਹੜੇ ਅੰਕੜੇ ਨੇ ਉਹ ਡਰਾਉਣ ਵਾਲੇ ਹੈ। ਪਿੱਛੇ ਜੇ ਪ੍ਰਧਾਨ ਮੰਤਰੀ ਜੀ ਨੇ ਮੋਹਾਲੀ ਦੇ ਵਿੱਚ ਕੈਂਸਰ ਹਸਪੀਟਲ ਦਾ ਉਦਘਾਟਨ ਵੀ ਕੀਤਾ ਹੈ। ਇਹ ਸਾਰੇ ਯਤਨ ਪੰਜਾਬ ਨੂੰ, ਇਸ ਬੈਲਟ ਨੂੰ ਔਰ ਖਾਸ ਕਰਕੇ ਚੰਡੀਗੜ੍ਹ ਨੂੰ ਕੈਂਸਰ ਦੇ ਪ੍ਰਭਾਵ ਤੋਂ ਬਚਾਉਣ ਦੇ ਵਾਸਤੇ, ਲੋਕਾਂ ਦੀਆਂ ਜਾਨਾਂ ਦੀ ਹਿਫਾਜ਼ਤ ਕਰਨ ਦੇ ਵਾਸਤੇ ਕੀਤੇ ਗਏ ਹੈ। ਔਰ ਉਸੇ ਰੋਸ਼ਨੀ ਦੇ ਵਿੱਚ ਹੀ ਅਸੀਂ ਕੈਂਸਰ ਦਾ ਸਭ ਤੋਂ ਵੱਡਾ ਕੈਂਪ ਜਿਹੜਾ ਹੁਣ ਤੱਕ ਨਾ ਕਦੇ ਉਹ ਪੰਜਾਬ ਵਿੱਚ ਲੱਗਿਆ, ਨਾ ਏਰੀਆ ਵਿੱਚ ਹੋਰ, ਉਸ ਦੇ ਵਿੱਚ ਅਸੀਂ 8 ਦੇ ਕਰੀਬ ਮੋਬਾਈਲ ਜਿਹੜੀਆਂ ਵੈਨਸ ਨੇ ਉਹਨਾਂ ਦੀਆਂ, ਜਿਹਦੇ ਵਿੱਚ ਲੈਬੋਰਟਰੀਜ਼ ਨੇ, ਉਹ ਲੈ ਕੇ ਆਵਾਂਗੇ। ਸੈਕਟਰ 39 ਦੀ ਮੋਬਾਈਲ ਜਿਹੜੀ ਗ੍ਰੀਨ ਮਾਰਕੀਟ ਹੈ, ਉਸ ਦੇ ਵਿੱਚ ਅਸੀਂ ਕੈਂਪ ਲਗਾ ਰਹੇ ਹਾਂ। ਹਰ ਤਰ੍ਹਾਂ ਦੇ ਹੈਲਥ ਚੈੱਕਅਪ ਕੈਂਪ ਹੋਣਗੇ, ਮੈਡੀਸਨ ਵੀ ਦਿੱਤੀ ਜਾਏਗੀ। ਬਟ ਸਭ ਤੋਂ ਜਿਹੜਾ ਸਾਡਾ ਥਰਸਟ ਹੈਗਾ, ਸਭ ਤੋਂ ਵੱਡਾ ਜਿਹੜਾ ਉਪਰਾਲਾ ਅਸੀਂ ਸਮਝਦੇ ਹਾਂ, ਉਹ ਹੈਗਾ ਕੈਂਸਰ ਜਿਹੜਾ ਸਕਰੀਨਿੰਗ ਕੈਂਪ ਹੈ। ਔਰ ਉਸ ਦੇ ਵਿੱਚ ਖਾਸ ਕਰਕੇ ਜਿਹੜੀਆਂ ਸਾਡੀਆਂ ਮਹਿਲਾਵਾਂ ਨੇ, ਸਾਡੀਆਂ ਭੈਣਾਂ ਨੇ, ਮਾਤਾਵਾਂ ਨੇ, ਉਹਨਾਂ ਵਾਸਤੇ ਉਹ ਬਹੁਤ ਜ਼ਰੂਰੀ ਹੈ। ਔਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਾਡੇ ਵਲੰਟੀਅਰ ਜਿਹੜੇ ਨੇ ਉਹ ਸ਼ਹਿਰ ਦੀਆਂ ਉਹਨਾਂ ਕਲੋਨੀਆਂ ਦੇ ਵਿੱਚ, ਉਹਨਾਂ ਏਰੀਆ ਦੇ ਵਿੱਚ ਜਿੱਥੇ ਜਾਗਰੂਕਤਾ ਦੀ ਘਾਟ ਹੈ, ਜਿੱਥੇ ਮੀਡੀਆ ਜਾਂ ਹੋਰ ਨਾਲ ਵੀ ਅਸੀਂ ਘੱਟ ਪਹੁੰਚ ਕਰ ਸਕਦੇ ਹਾਂ, ਅਸੀਂ ਡੋਰ ਟੂ ਡੋਰ ਜਾਵਾਂਗੇ। ਹਰ ਘਰ ਦੇ ਵਿੱਚ ਜਾ ਕੇ ਸਭ ਤੋਂ ਪਹਿਲਾਂ ਚੁਣੌਤੀ ਇਹ ਹੈ ਕਿ ਲੋਕਾਂ ਨੂੰ ਦੱਸਣਾ, ਅਵੇਅਰ ਕਰਾਉਣਾ। ਆਪਾਂ ਵੀ ਦੇਖਦੇ ਹਾਂ ਕਿ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਅਸੀਂ ਬਹੁਤ ਵਾਰੀ ਕੈਂਸਰ ਜਿਹੜਾ ਹੈਗਾ ਉਹਦਾ ਸਕਰੀਨਿੰਗ ਨਹੀਂ ਕਰਵਾ ਪਾਉਂਦੇ, ਔਰ ਜਦੋਂ ਬਿਮਾਰੀ ਸੈਕੰਡ ਸਟੇਜ 'ਤੇ ਚਲੀ ਜਾਂਦੀ ਹੈ ਜਾਂ ਉਸ ਤੋਂ ਅੱਗੇ ਨਿਕਲ ਜਾਂਦੀ ਹੈ, ਉਸ ਵੇਲੇ ਸਾਨੂੰ ਪਤਾ ਲੱਗਦਾ ਹੈ। ਤਾਂ ਸਾਡੀ ਕੋਸ਼ਿਸ਼ ਹੈ ਕਿ ਚੰਡੀਗੜ੍ਹ ਦੇ ਸਿਟੀ ਬਿਊਟੀਫੁਲ ਦੇ ਹਰ ਏਰੀਆ ਦੇ ਵਿੱਚ, ਖਾਸ ਕਰਕੇ ਗਰੀਬ ਪਰਿਵਾਰ ਜਿੱਥੇ ਰਹਿੰਦੇ ਨੇ, ਜਿਨ੍ਹਾਂ ਵਿੱਚ ਅਵੇਅਰਨੈਸ ਦੀ ਘਾਟ ਹੈ, ਉਹਨਾਂ ਦੇ ਘਰ ਘਰ ਜਾ ਕੇ
ਉਹਨਾਂ ਨੂੰ ਜਾਗਰੂਕ ਕੀਤਾ ਜਾਵੇ, ਉਹਨਾਂ ਨੂੰ ਕਨਵਿੰਸ ਕੀਤਾ ਜਾਵੇ ਪਹਿਲਾਂ ਤਾਂ ਕਿ ਕਿੰਨਾ ਜ਼ਰੂਰੀ ਹੈ ਤੁਹਾਡੀ ਜ਼ਿੰਦਗੀ ਦੇ ਵਾਸਤੇ। ਉਹਨਾਂ ਮਾਤਾਵਾਂ ਭੈਣਾਂ ਨੂੰ ਅਸੀਂ ਲੈ ਕੇ ਆਵਾਂਗੇ। ਟਰਾਂਸਪੋਰਟੇਸ਼ਨ ਜਿਹੜੀ ਆ ਉਹ ਅਸੀਂ ਸਾਰੀ ਪ੍ਰੋਵਾਈਡ ਕਰਾਂਗੇ। ਅਸੀਂ ਕੋਈ 150 ਦੇ ਕਰੀਬ ਬੱਸ ਜਿਹੜੀ ਹੈ ਉਹ ਅਸੀਂ ਡਿਪਿਊਟ ਕਰਾਂਗੇ ਉਸ ਦਿਨ ਦੇ ਵਾਸਤੇ। ਹਰ ਗਲੀ ਮੁਹੱਲੇ ਦੇ ਵਿੱਚ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਲੋਕਾਂ ਨੂੰ ਸੁਵਿਧਾ ਪ੍ਰਦਾਨ ਕਰੀਏ, ਕੈਂਪ ਵਿੱਚ ਲੈ ਕੇ ਆਈਏ। ਇਸ ਦੇ ਵਿੱਚ ਸਾਡੀ ਜਿਹੜੀ ਐਸੋਸੀਏਸ਼ਨ ਹੈ ਉਹ ਵਰਲਡ ਕੈਂਸਰ ਕੇਅਰ ਇੱਕ ਆਰਗੇਨਾਈਜੇਸ਼ਨ ਹੈ, ਤੁਸੀਂ ਸਾਰੇ ਜਾਣਦੇ ਹੋਵੋਗੇ। ਇਹ ਵਰਲਡ ਲੈਵਲ 'ਤੇ ਕੰਮ ਕਰਦੀ ਆ ਉਹਨਾਂ ਦੇ ਸਹਿਯੋਗ ਦੇ ਨਾਲ, ਕਿਉਂਕਿ ਜਿਹੜੀਆਂ ਲੈਬੋਰਟਰੀ ਸਾਨੂੰ ਚਾਹੀਦੀਆਂ ਸੀਗੀਆਂ ਉਹ ਉਹਨਾਂ ਦੇ ਕੋਲੇ ਹੀ ਉਪਲਬਧ ਸੀਗੀਆਂ, ਉਹਨਾਂ ਨੂੰ ਅਸੀਂ ਨਾਲ ਸਹਿਯੋਗ ਦੇ ਵਿੱਚ ਲਿਆ। ਹੋਰ ਸ਼ਹਿਰ ਦੀਆਂ ਬਾਕੀ ਜਿਹੜੀਆਂ NGOs ਅਤੇ ਹੋਰ ਸੰਸਥਾਵਾਂ ਨੇ, ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਆਓ ਮਿਲ ਕੇ ਆਪਾਂ ਇਸ ਸ਼ਹਿਰ ਦੇ ਲੋਕਾਂ ਦੇ ਵਾਸਤੇ ਅਸੀਂ ਸੇਵਾ ਕਰੀਏ। ਔਰ ਮੈਂ ਧੰਨਵਾਦ ਕਰਨਾ ਚਾਹੁੰਦਾ UT ਐਡਮਿਨਿਸਟ੍ਰੇਸ਼ਨ ਦਾ ਵੀ, ਮਾਣਯੋਗ ਗਵਰਨਰ ਸਾਹਿਬ ਦਾ, ਸਾਰੇ ਪ੍ਰਸ਼ਾਸਨ ਦਾ, ਜਿਨ੍ਹਾਂ ਨੇ ਸਾਨੂੰ ਇਹ ਜਗ੍ਹਾ ਪ੍ਰੋਵਾਈਡ ਕੀਤੀ ਹੈ, ਸਾਨੂੰ ਪਰਮਿਸ਼ਨ ਦਿੱਤੀ ਹੈ ਔਰ ਸਾਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਵੀ ਦਿੱਤਾ ਹੈ। ਔਰ ਸਾਡੀ ਬੇਨਤੀ ਦੇ ਉੱਪਰ ਗਵਰਨਰ ਸਾਹਿਬ ਨੇ ਇਹ ਪ੍ਰਵਾਨ ਕੀਤੀ ਹੈ ਸਾਡੀ ਬੇਨਤੀ ਕਿ ਉਹ ਇਸ ਹੈਲਥ ਕੈਂਪ ਦਾ ਉਦਘਾਟਨ ਜਿਹੜਾ ਉਹ ਗਵਰਨਰ ਸਾਹਿਬ ਖੁਦ ਕਰਨਗੇ। ਇਸ ਹੈਲਥ ਕੈਂਪ ਦੇ ਵਿੱਚ ਕੈਂਸਰ ਸਕਰੀਨਿੰਗ ਤੋਂ ਇਲਾਵਾ ਆਈ ਸਕਰੀਨਿੰਗ, ਅੱਖਾਂ ਦਾ ਚੈੱਕਅਪ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਚਸ਼ਮੇ ਜਿੱਥੇ ਜ਼ਰੂਰਤ ਹੈ ਬਜ਼ੁਰਗਾਂ ਨੂੰ ਅਸੀਂ ਉੱਥੇ ਪ੍ਰੋਵਾਈਡ ਕਰੀਏ। ਦੇ ਨਾਲ ਹਰ ਤਰ੍ਹਾਂ ਦੀ ਜਿੱਥੇ ਬਿਮਾਰੀ ਦੇ ਵਿੱਚ ਇਮੀਡੀਏਟ ਰਿਪੋਰਟ ਆ ਜਾਵੇ ਉੱਥੇ ਅਸੀਂ ਟ੍ਰੀਟਮੈਂਟ ਵਾਸਤੇ ਵੀ ਕੋਸ਼ਿਸ਼ ਹੋਏਗੀ ਕਿ ਅਸੀਂ ਲੋਕਾਂ ਨੂੰ ਸਿਰਫ ਚੈੱਕਅਪ ਕਰਕੇ ਇੱਕ ਚਿੰਤਾ ਜਾਂ ਟੈਨਸ਼ਨ ਦੇ ਕੇ ਨਾ ਤੋਰੀਏ, ਅਸੀਂ ਉਹਨਾਂ ਨੂੰ ਦਵਾਈਆਂ ਦੇ ਕੇ ਉਹਨਾਂ ਦੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਘਰ ਭੇਜੀਏ। ਡੈਂਟਲ ਚੈੱਕਅਪ ਕੈਂਪ ਇਹ ਵੀ ਅਸੀਂ ਇਸ ਦੇ ਵਿੱਚ ਪ੍ਰੋਵੀਜ਼ਨ ਕੀਤਾ ਹੈਗਾ। ਜਨਰਲ ਚੈੱਕਅਪ ਜਿਹੜਾ ਹੈਲਥ ਚੈੱਕਅਪ ਹੈ, ਚਾਈਲਡ ਹੈਲਥ ਕੇਅਰ ਜਿਹੜੀ ਹੈ ਇੰਪੋਰਟੈਂਟ ਹੈ ਬੱਚਿਆਂ ਦੇ ਵਾਸਤੇ, ਖਾਸ ਕਰਕੇ ਉਹਨਾਂ ਪਰਿਵਾਰਾਂ ਦੇ ਜਿਹੜੇ ਕਿ ਲੇਬਰ ਕਲਾਸ ਨਾਲ ਸੰਬੰਧਿਤ ਨੇ, ਜਿਹੜੇ ਮਜ਼ਦੂਰੀ ਕਰਦੇ ਆ, ਉਹਨਾਂ ਪਰਿਵਾਰਾਂ ਦੇ ਬੱਚਿਆਂ ਦੇ ਵਾਸਤੇ ਅਸੀਂ ਇਹ ਪ੍ਰੋਵੀਜ਼ਨ ਕੀਤਾ ਹੈ। ਮੈਂਟਲ ਹੈਲਥ ਚੈੱਕਅਪ ਕੈਂਪ ਅਸੀਂ ਹਰ ਤਰ੍ਹਾਂ ਦੀ ਹੈਲਥ ਦਾ ਇਸ ਦੇ ਵਿੱਚ ਪ੍ਰੋਵੀਜ਼ਨ ਕੀਤਾ ਹੈਗਾ। ਸਕਿਨ ਡਿਜ਼ੀਜ਼ ਬਹੁਤ ਨੇ, ਅਸੀਂ ਉਸ ਦੇ ਵਾਸਤੇ ਵੀ ਜਿਹੜੀ ਸਪੈਸ਼ਲ, ਕਿਉਂਕਿ ਮਲਟੀ ਸਪੈਸ਼ਲਿਟੀ ਹੈ ਅਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਕਿਨ ਦੀ ਪ੍ਰੋਬਲਮ ਵੀ ਜਿੱਥੇ ਹੈ ਉਹ ਵੀ ਖਾਸ ਕਰਕੇ ਮੈਂ ਦੇਖਦਾ ਕਿ ਜਿਹੜੇ ਲੋਕ ਝੁੱਗੀ ਝੌਂਪੜੀ ਜਾਂ ਗਰੀਬਾਂ ਵਿੱਚ ਰਹਿੰਦੇ ਉਹਨਾਂ ਵਿੱਚੋਂ ਜ਼ਿਆਦਾ ਹੁੰਦੀ ਹੈ। ਸਾਫ਼ ਸਫਾਈ ਦਾ ਵੀ ਉੱਥੇ ਪ੍ਰੋਵੀਜ਼ਨ ਰਹਿੰਦਾ, ਘੱਟ ਹੁੰਦਾ ਹੈ। ਸੀਨੀਅਰ ਸਿਟੀਜ਼ਨ ਵਾਸਤੇ ਵੀ ਅਸੀਂ ਜਿਹੜੇ ਉਹਨਾਂ ਦੇ ਜੋੜਾਂ ਦੇ ਵਾਸਤੇ ਕਹਿ ਲਓ ਆਰਥੋਪੈਡਿਕਸ ਦਾ ਵੀ ਚੈੱਕਅਪ ਹੋਏਗਾ, ਉਸ ਦੇ ਪ੍ਰੋਵੀਜ਼ਨ ਵੀ ਹੋਣਗੇ। ਅਤੇ ਇਹ ਸਾਰੀਆਂ ਜਿਹੜੀਆਂ ਸੈਗਮੈਂਟ ਹੈਗੇ ਨੇ ਹੈਲਥ ਦੇ, ਉਹ ਅਸੀਂ ਇਸ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੇਰੀ ਤੁਹਾਨੂੰ ਬੇਨਤੀ ਹੈ ਕਿ ਤੁਹਾਡੇ ਮਾਧਿਅਮ ਦੇ ਰਾਹੀਂ ਖਬਰ ਲਾਉਣਾ ਕੋਈ ਮੁੱਦਾ ਨਹੀਂ ਹੈ। ਮੁੱਦਾ ਇਹ ਹੈ ਕਿ ਲੋਕ ਜਾਗਰੂਕ ਹੋ ਜਾਣ, ਕਿਉਂਕਿ ਜਾਗਰੂਕਤਾ ਜਿਹੜੀ ਆ ਉਹ ਵੱਡੀ ਚੀਜ਼ ਹੈ, ਇਨਫੋਰਮੇਸ਼ਨ ਦੇਣੀ ਵੱਡੀ ਚੀਜ਼ ਹੈ। ਕਿਉਂਕਿ ਹੈਲਥ ਕੈਂਪ ਲੱਗਦੇ ਆ, ਲੋਕ ਕਈ ਵਾਰੀ ਉਹਨੂੰ ਸੀਰੀਅਸਲੀ ਨਹੀਂ ਲੈਂਦੇ। ਕਿਉਂਕਿ ਕੈਂਸਰ ਜਿਹੜਾ ਹੈਗਾ ਉਹ ਬੜੀ ਨਾਮੁਰਾਦ ਬਿਮਾਰੀ ਹੈ, ਉਹ ਖਾਸ ਕਰਕੇ ਸਾਡੀਆਂ ਬੀਬੀਆਂ ਭੈਣਾਂ ਮਾਤਾਵਾਂ ਵਾਸਤੇ। ਮੈਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰੂੰਗਾ ਕਿ ਖਾਸ ਕਰਕੇ ਜਿਹੜੇ ਸਾਡੇ ਹਿੰਦੀ ਪੰਜਾਬੀ ਜਿਹੜੇ ਰੀਜਨਲ ਲੈਂਗੁਏਜਸ ਦੇ ਸਾਡੇ ਹੈ ਮੀਡੀਆ ਹੈ, ਇੰਗਲਿਸ਼ ਤਾਂ ਚਲੋ ਪਹਿਲਾਂ ਵੀ ਅਵੇਅਰਨੈਸ ਹੈ, ਉੱਥੇ ਤਾਂ ਨਿਊਜ਼ ਲੱਗਣੀ ਹੋਰ ਚੰਗੀ ਗੱਲ ਹੈ, ਕਿਉਂਕਿ ਸਰਕਾਰੀ ਦਰਬਾਰੇ ਉੱਥੇ ਇੰਗਲਿਸ਼ ਪੜ੍ਹਨ ਵਾਲੇ ਵੀ ਬਹੁਤ ਹੈਗੇ ਨੇ। ਪਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਹਨੂੰ ਇੱਕ ਤੁਸੀਂ ਉਸ ਢੰਗ ਦੇ ਨਾਲ ਕਿ ਅਵੇਅਰਨੈਸ ਦੇ ਸੰਦਰਭ ਦੇ ਵਿੱਚ ਇਹ ਮੈਸੇਜ ਜਿਹੜਾ ਲੋਕਾਂ ਤੱਕ ਜਾਵੇ ਤਾਂ ਕਿ ਲੋਕ ਆ ਸਕਣ। ਔਰ ਇਸ ਦੇ ਵਾਸਤੇ ਅਸੀਂ ਪ੍ਰੋਵੀਜ਼ਨ ਕੀਤਾ ਹੈ ਕਿ ਅਸੀਂ ਜਿਹੜਾ 10,000 ਪੇਸ਼ੈਂਟ ਨੇ ਅਸੀਂ ਉਹਨਾਂ ਨੂੰ ਉੱਥੇ ਕੇਟਰ ਕਰਨ ਦਾ ਸਾਡਾ ਟਾਰਗੇਟ ਹੈ, ਜਾਂ ਸਾਡੀ ਵਿਵਸਥਾ ਕੀਤੀ ਹੈ ਕਿ 10,000 ਤੱਕ ਅਸੀਂ ਲੋਕਾਂ ਨੂੰ ਇੱਕ ਦਿਨ ਦੇ ਵਿੱਚ ਕੇਟਰ ਕਰ ਸਕਾਂਗੇ। ਔਰ ਕੋਈ 20,000 ਦੇ ਕਰੀਬ ਆਨਲਾਈਨ ਰਜਿਸਟ੍ਰੇਸ਼ਨ ਅਤੇ 300 ਵਲੰਟੀਅਰ ਜਿਹੜੇ ਡਾਕਟਰ ਨੇ, ਕਿਉਂਕਿ 300 ਦੇ ਕਰੀਬ ਡਾਕਟਰਸ ਨੇ ਜਿਹੜੀਆਂ ਮੈਂ ਧੰਨਵਾਦ ਕਰਨਾ ਚਾਹੂੰਗਾ, ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਨੇ, ਹਸਪੀਟਲਸ ਨੇ, ਪ੍ਰਾਈਵੇਟ ਹਸਪੀਟਲ ਨੇ, ਸਰਕਾਰੀ ਹਸਪੀਟਲ ਨੇ, ਔਰ ਖਾਸ ਕਰਕੇ ਡਾਕਟਰ ਕਮਿਊਨਿਟੀ। ਅਸੀਂ ਜਦੋਂ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਸਾਰਿਆਂ ਨੇ, ਕਿਸੇ ਨੇ ਸਾਨੂੰ ਮਨਾ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਅਸੀਂ ਬਿਲਕੁਲ ਆਵਾਂਗੇ ਔਰ ਬਿਨਾਂ ਅਸੀਂ ਕਿਸੇ ਨਿਸ਼ੁਲਕ ਜਿਹੜੀ ਸੇਵਾ, ਨਿਰਸਵਾਰਥ ਸੇਵਾ ਅਸੀਂ ਉਸ ਦੇ ਵਿੱਚ ਕਰਾਂਗੇ। ਇਸ ਦੇ ਵਿੱਚ 100 ਦੇ ਕਰੀਬ ਜਿਹੜੇ ਹਸਪੀਟਲ ਨੇ, 100 ਦੇ ਕਰੀਬ ਹਸਪੀਟਲ ਨੇ, ਉਹ ਪਾਰਟੀਸਪੇਟ ਕਰਨ ਦੀ ਸਾਡੀ ਕੋਸ਼ਿਸ਼ ਹੈ ਕਿ ਉਹ ਇਹਦੇ ਵਿੱਚ ਸ਼ਾਮਲ ਹੋਣ। ਆਨਲਾਈਨ ਰਜਿਸਟ੍ਰੇਸ਼ਨ ਵੀ ਕਰ ਰਹੇ ਹਾਂ, ਕਿਉਂਕਿ ਜਦੋਂ ਅਸੀਂ ਇੰਨਾ ਵੱਡਾ ਨੰਬਰ ਲੈ ਕੇ ਚੱਲ ਰਹੇ ਹਾਂ ਤਾਂ ਸਾਨੂੰ ਇਹ ਵੀ ਚਿੰਤਾ ਹੈ ਕਿ ਲੋਕਾਂ ਨੂੰ ਖੱਜਲ ਵੀ ਨਾ ਹੋਵੇ। ਅਗਰ ਸਾਡੇ ਕੋਲ ਇਹ ਰਜਿਸਟ੍ਰੇਸ਼ਨ ਦੀ ਵਿਵਸਥਾ ਹੋਏਗੀ ਤਾਂ ਫਿਰ ਅਸੀਂ ਟਾਈਮ ਸਲੋਟ ਦੇ ਹਿਸਾਬ ਨਾਲ ਲੋਕਾਂ ਨੂੰ ਬੁਲਾਵਾਂਗੇ, ਕਿਉਂਕਿ ਸਾਡੀਆਂ ਆਪਣੀਆਂ ਬੱਸਿਸ ਨੇ, ਆਪਣੇ ਵਲੰਟੀਅਰ ਨੇ, ਲੋਕਾਂ ਨੂੰ ਘਰਾਂ ਤੋਂ ਲੈ ਕੇ ਆਵਾਂਗੇ ਔਰ ਵਾਪਸ ਉਹਨਾਂ ਦੇ ਘਰਾਂ ਦੇ ਵਿੱਚ ਛੱਡ ਕੇ ਆਉਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਲੇਕਿਨ ਇਹ ਸਾਡੇ ਕੋਲ ਜੇ ਰਜਿਸਟ੍ਰੇਸ਼ਨ ਹੋਏਗੀ ਸਾਨੂੰ ਆਸਾਨ ਹੋਏਗਾ, ਅਦਰਵਾਈਜ਼ ਫਿਰ ਸਾਨੂੰ ਹੋਰ ਸਾਧਨ ਜਿਹੜੇ ਨੇ ਉਹ ਕਰਨੇ ਪੈਣਗੇ। ਕੈਂਸਰ ਦੀਆਂ ਟਾਈਪ ਪ੍ਰੈਸ ਨੋਟ ਦੇ ਵਿੱਚ ਦਿੱਤੀਆਂ ਹੋਈਆਂ, ਇਹ ਤੁਹਾਡੇ ਨਾਲ ਪ੍ਰੈਸ ਰਿਲੀਜ਼ ਦੇ ਰਾਹੀਂ ਸਾਂਝੀਆਂ ਕਰ ਲਵਾਂਗੇ। ਮੈਂ ਇੰਨੀਆਂ ਬੇਨਤੀਆਂ ਕਰਨਾ ਚਾਹੁੰਦਾ ਸੀਗਾ। ਇਸ ਤੋਂ ਇਲਾਵਾ ਅਸੀਂ ਪੂਰੇ 15 ਦਿਨ ਦੇ ਜਿਹੜੇ ਪ੍ਰੋਗਰਾਮ ਹੈ
ਉਹ ਵੀ ਪ੍ਰੈਸ ਰਿਲੀਜ਼ ਦੇ ਰਾਹੀਂ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ, ਜਿਸ ਦੇ ਵਿੱਚ ਅਸੀਂ ਇਨਵਾਇਰਨਮੈਂਟ ਨੂੰ ਲੈ ਕੇ ਹਾਂ ਇਸ ਦੇ ਵਿੱਚ ਅਸੀਂ ਵਾਟਰ ਕੰਜ਼ਰਵੇਸ਼ਨ ਤੇ ਕੰਮ ਕਰਾਂਗੇ। 15 ਦਿਨਾਂ ਦੇ ਵਿੱਚ ਇੱਕ ਦਿਨ ਸਾਡੇ ਵਲੰਟੀਅਰ ਜਾਣਗੇ, ਅਸੀਂ ਡੋਰ ਟੂ ਡੋਰ ਜਾ ਕੇ ਕਿ ਜਿਹੜਾ ਵਾਟਰ ਕੰਜ਼ਰਵੇਸ਼ਨ ਵਾਸਤੇ ਕੀ ਕਰ ਸਕਦੇ ਹਾਂ। ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਵੀ ਸਾਡੀ ਕੋਸ਼ਿਸ਼ ਹੈ ਕਿ ਅਸੀਂ ਬਲੱਡ ਡੋਨੇਸ਼ਨ ਕੈਂਪ ਬਹੁਤ ਲੱਗ ਰਹੇ ਨੇ, ਲੱਗਦੇ ਆ, ਬਟ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਸ ਦੇ ਵਿੱਚ ਵੀ ਕੋਈ ਨਵਾਂ ਰਿਕਾਰਡ ਜਿਹੜਾ ਬਣਾਉਣ ਦੀ ਕੋਸ਼ਿਸ਼ ਕਰਾਂਗੇ ਇਹਨਾਂ 15 ਦਿਨਾਂ ਦੇ ਵਿੱਚ। ਕੋਵਿਡ ਵੈਕਸੀਨੇਸ਼ਨ ਦੀ ਬੂਸਟਰ ਡੋਜ਼, ਕਿਉਂਕਿ ਕੋਵਿਡ ਇਉਂ ਲੱਗਦਾ ਕਿ ਚਲਾ ਗਿਆ ਕਿ, ਲੇਕਿਨ ਅੱਜ ਵੀ ਕੋਵਿਡ ਦੇ ਨਾਲ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਹੋ ਕਿ ਬਹੁਤ ਸਾਰਾ ਨੁਕਸਾਨ ਹੋ ਰਿਹਾ ਲੋਕਾਂ ਦੇ ਵਿੱਚ। ਥੋੜ੍ਹੀ ਜਿਹੀ ਅਣਗਹਿਲੀ ਕਹਿ ਲਓ ਜਾਂ ਅਸੀਂ ਲਾਪਰਵਾਹ ਹੋ ਗਏ ਹਾਂ ਕਿ ਹੁਣ ਕੋਵਿਡ ਚਾਹੇ ਚਲਾ ਗਿਆ, ਉਹਦੀ ਜਿਹੜੀ ਬੂਸਟਰ ਡੋਜ਼ ਹੈ ਉਸ ਦਾ ਵੀ ਕੈਂਪ ਦੇ ਵਿੱਚ ਪ੍ਰੋਵੀਜ਼ਨ ਹੋਏਗਾ ਕਿ ਅਸੀਂ ਲੋਕਾਂ ਨੂੰ ਕੋਸ਼ਿਸ਼ ਕਰਾਂਗੇ ਕਿ ਜਿਨ੍ਹਾਂ ਦੇ ਬੂਸਟਰ ਡੋਜ਼ ਨਹੀਂ ਲੱਗੀ ਉਹ ਆ ਕੇ ਲਗਵਾਉਣ। ਮੇਗਾ ਕਲੀਨਿਨੈਸ ਡਰਾਈਵ ਜਿਹੜੀ ਆ ਅਸੀਂ ਉਹ ਇੱਕ ਵਾਰ ਫਿਰ ਸਵੱਛਤਾ ਅਭਿਆਨ ਸ਼ਹਿਰ ਦੇ ਵਿੱਚ ਕਰਾਂਗੇ, ਕਿਉਂਕਿ ਇਹ ਇਸ ਪੰਦਰਵਾੜੇ ਦਾ, ਇਸ ਪਖਵਾੜੇ ਦਾ ਹਿੱਸਾ ਹੈ। ਵੋਕਲ ਫਾਰ ਲੋਕਲ ਕੈਂਪੇਨ ਅਸੀਂ ਚਲਾਵਾਂਗੇ ਕਿ ਜਿਹੜੇ ਸਾਡੇ ਪ੍ਰਧਾਨ ਮੰਤਰੀ ਜੀ ਦੀ ਇੱਕ ਉਹਨਾਂ ਦੀ ਹਮੇਸ਼ਾ ਥਰਸਟ ਰਹਿੰਦਾ ਹੈ ਕਿ ਜਿਹੜੇ ਸਾਡੇ ਆਪਣੇ ਪ੍ਰੋਡਕਟ ਹੈ, ਸਾਡੀਆਂ ਹੋਮ ਮੇਡ ਚੀਜ਼ਾਂ ਨੇ, ਮੇਡ ਇਨ ਇੰਡੀਆ, ਮੇਕ ਇਨ ਇੰਡੀਆ ਵਾਲਾ ਕਨਸੈਪਟ ਹੈ। ਅਸੀਂ ਉਸ ਦੇ ਵਾਸਤੇ ਕਿ ਜਿੰਨੇ ਵੀ ਸਾਡੇ ਐਂਟਰਪ੍ਰੇਨਰ ਹੈਗੇ ਨੇ ਸਾਡੇ ਇਸ ਰੀਜਨ ਦੇ, ਜਿਨ੍ਹਾਂ ਨੇ ਲੋਕਲ ਪ੍ਰੋਡਕਟ ਬਣਾ ਕੇ ਇਸਟੈਬਲਿਸ਼ ਕੀਤੇ ਨੇ, ਉਹਨਾਂ ਨੂੰ ਅਸੀਂ ਆਨਰ ਕਰਾਂਗੇ ਔਰ ਉਹਨਾਂ ਦੇ ਜਿਹੜੇ ਸਮਾਨ ਦੀ ਵਿਵਸਥਾ ਕਰਾਂਗੇ ਕਿ ਇੱਕ ਅਸੀਂ ਐਸਾ ਕੋਈ ਐਸੀ ਮੰਡੀ ਜਾਂ ਐਸਾ ਕੋਈ ਕਿਸੇ ਪਲੇਟਫਾਰਮ ਦੇਈਏ ਜਿੱਥੇ ਆ ਕੇ ਉਹ ਲੋਕ ਆ ਕੇ ਖਰੀਦ ਸਕਣ ਅਤੇ ਉਹ ਵੇਚ ਵੀ ਸਕਣ। ਜਸਟ ਫਾਰ ਸਿੰਬੋਲਿਕ ਕਿ ਅਸੀਂ ਖਰੀਦਣ ਵਾਲੇ ਵੀ ਅਤੇ ਵੇਚਣ ਵਾਲੇ ਵੀ ਅਸੀਂ ਵਿਸ਼ਵਾਸ ਰੱਖਦੇ ਹਾਂ ਕਿ ਜਿੰਨੀ ਦੇਰ ਸਾਡਾ ਆਪਣਾ ਸਾਡੇ ਦੇਸ਼ ਦਾ ਪ੍ਰੋਡਕਟ ਹੈ ਉਹ ਸਾਡੀ ਉਸ ਦੇ ਵਿੱਚ ਭਰੋਸੇਯੋਗਤਾ ਨਹੀਂ ਬਣਦੀ, ਅਸੀਂ ਆਪਣੀ ਉਹਦੇ ਵਿੱਚ ਵਚਨਬੱਧਤਾ ਪ੍ਰਗਟਾਵਾਂਗੇ। ਫਿਰ ਅਸੀਂ ਖਾਦੀ ਪ੍ਰੋਡਕਟਸ ਦੇ ਵਾਸਤੇ ਇੱਕ ਖਾਦੀ ਮਾਰਚ ਕਰਾਂਗੇ। ਮਹਾਤਮਾ ਗਾਂਧੀ ਜੀ ਦਾ ਜਿਸ ਦਿਨ ਹੈ 2 ਅਕਤੂਬਰ ਨੂੰ ਆਖਰੀ ਦਿਨ ਹੈ ਇਸ ਕੈਂਪ ਦਾ, ਉਸ ਦਿਨ ਅਸੀਂ ਖਾਦੀ ਮਾਰਚ ਅਸੀਂ ਸਿਟੀ ਦੇ ਵਿੱਚ ਕਰਾਂਗੇ। ਸਾਡੇ ਸਾਰੇ ਜਿਹੜੇ ਵਲੰਟੀਅਰ ਹੈਗੇ ਨੇ ਉਹ ਅਸੀਂ ਖਾਦੀ ਕੱਪੜੇ ਪਹਿਨ ਕੇ ਜਾਵਾਂਗੇ ਤਾਂ ਕਿ ਇਸ ਦੇ ਬਾਰੇ ਅਸੀਂ ਪ੍ਰਮੋਟ ਕਰ ਸਕੀਏ ਇਸ ਨੂੰ। ਇੱਕ ਹੋਰ ਇੰਪੋਰਟੈਂਟ ਚੀਜ਼ ਹੈ ਕਿ ਜਿਹੜੇ ਆਰਟੀਫਿਸ਼ੀਅਲ ਲਿੰਬਸ ਹੈਗੇ ਨੇ, ਜਿਹੜੇ ਲੋਕਾਂ ਦੀ ਲੱਤਾਂ ਬਾਹਾਂ ਕੱਟੀਆਂ ਹੋਈਆਂ ਨੇ, ਉਹ ਅਸੀਂ ਵੱਡੀ ਗਿਣਤੀ ਦੇ ਵਿੱਚ ਅਸੀਂ ਪਿੱਛੇ ਕੈਂਪ ਕੀਤਾ ਸੀ ਜਿਸ ਦੇ ਵਿੱਚ ਅਸੀਂ ਰੋਟਰੀ ਕਲੱਬ ਨਾਲ ਮਿਲ ਕੇ 1300 ਦੇ ਕਰੀਬ 1300 ਲੋਕਾਂ ਨੂੰ ਉਹ ਅਸੀਂ ਜਿਹੜੇ ਆਰਟੀਫਿਸ਼ੀਅਲ ਲਿੰਬਸ ਨੇ ਉਹ ਲਗਾਏ ਸੀ। ਔਰ ਇਸ ਕੈਂਪਸ ਦੇ ਵਿੱਚ ਵੀ ਇਹ ਵਿਸ਼ੇਸ਼ਤਾ ਹੋਏਗੀ ਤੁਹਾਡੇ ਮਾਧਿਅਮ ਰਾਹੀਂ ਵੀ ਕਿ ਜਿਹੜੇ ਲੋਕਾਂ ਨੂੰ ਇਹ ਜ਼ਰੂਰਤ ਹੈਗੀ ਆ, ਜਿਨ੍ਹਾਂ ਦੇ ਹੱਥ ਬਾਂਹ ਕੱਟੇ ਹੋਏ ਨੇ, ਉਹਨਾਂ ਨੂੰ ਅਸੀਂ ਰਜਿਸਟਰ ਕਰਕੇ ਉਹਨਾਂ ਵਾਸਤੇ ਉਹ ਲਿੰਬਸ ਦਾ ਪ੍ਰੋਵੀਜ਼ਨ ਕਰਾਂਗੇ ਔਰ ਸਾਰਿਆਂ ਨੂੰ ਅਸੀਂ ਉਹ ਪ੍ਰੋਵਾਈਡ ਕਰਾਂਗੇ ਫ੍ਰੀ ਆਫ ਕਾਸਟ। ਏਕ ਭਾਰਤ ਸ੍ਰੇਸ਼ਠ ਭਾਰਤ ਕੈਂਪੇਨ ਜਿਹੜੀ ਹੈਗੀ ਆ, ਜਿਹੜਾ ਮਲਟੀ ਕਲਚਰਲ ਸਾਡੀ ਸੁਸਾਇਟੀ ਹੈ, ਉਸ ਦੇ ਵਿੱਚ ਪੂਰੇ ਦੇਸ਼ ਦੀਆਂ ਸਾਡੇ ਜਿੰਨੇ ਵੀ ਸਟੇਟਸ ਹੈਗੀਆਂ ਨੇ ਉਹਨਾਂ ਸਟੇਟਸ ਦੇ ਬੱਚਿਆਂ ਨੂੰ ਇਕੱਠੇ ਕਰਕੇ ਅਸੀਂ ਇੱਕ ਏਕ ਭਾਰਤ ਸ੍ਰੇਸ਼ਠ ਭਾਰਤ ਦਾ ਜਿਹੜਾ ਕਨਸੈਪਟ ਹੈ, ਇੱਕ ਦਿਨ ਅਸੀਂ ਉਹ ਕਲਚਰਲ ਪ੍ਰੋਗਰਾਮ ਇਸ ਦੇ ਵਿੱਚ ਕਰਾਂਗੇ। ਤੋ ਇੰਨੀਆਂ ਬੇਨਤੀਆਂ ਕਰਨ ਦੇ ਵਾਸਤੇ ਮੈਂ ਤੁਹਾਡਾ ਸਮਾਂ ਲਿਆ ਸੀ। ਤੁਹਾਡਾ ਬਹੁਤ ਧੰਨਵਾਦ, ਤੁਸੀਂ ਹਮੇਸ਼ਾ ਸਹਿਯੋਗ ਦਿੱਤਾ ਹੈ। ਪਰ ਇਹ ਉਪਰਾਲਾ ਜਿਹੜਾ ਹੈਗਾ ਇਹ ਬਹੁਤ ਹੀ ਜੇ ਲੋਕ ਕਹਿ ਲਓ ਕਿ ਸਾਡੇ ਇੱਕ ਸੇਵਾ ਭਾਵਨਾ ਦੇ ਨਾਲ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਮੇਰੀ ਬੇਨਤੀ ਹੈ ਕਿ ਤੁਸੀਂ ਆਮ ਲੋਕਾਂ ਤੱਕ ਇਸ ਨੂੰ ਪਹੁੰਚਾਉਣ ਦੀ ਜ਼ਰੂਰ ਕੋਸ਼ਿਸ਼ ਕਰੋ। ਬਹੁਤ ਧੰਨਵਾਦ।